ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਪ੍ਰੇਮ ਕਣੀ ਦਾ 6ਵਾਂ ਅੰਗ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਹਰ ਦੁਆਰ ਵਿੱਚ ਅੱਜ 4 ਚੁਫੇਰੇ ਕੁਸਰ ਮੁਸਰ ਹੋ ਰਹੀ ਹੈ। ਜਨਾਨੀਆਂ ਤੇ ਮਰਦ, ਪਾਂਡੇ ਤੇ ਸਾਧੂ ਸਭ ਢਾਣੀਆਂ 'ਚ ਕੁਝ ਦੰਦ ਕਥਾ ਕਰ ਰਹੇ ਹਨ। ਇੱਕ ਥਾਂ ਇੱਕ ਅਧਖੜ ਜਿਹੀ ਜਨਾਨੀ ਦਰਿਆ 'ਚ ਨਹਾਉਂਦੀ ਹੋਈ ਇੱਕ ਹੋਰ ਬੁੱਢੀ ਜਨਾਨੀ ਨਾਲ ਇਉਂ ਗੱਲਾਂ ਕਰ ਰਹੀ ਹੈ। ਅਧਖੜ: ਮਾਸੀ, ਮੈਂ ਕਹਿੰਦੀ ਨਹੀਂ ਸੀ ਇਸ ਕੁੜੀ ਦੀ ਸ਼ਕਲ ਔਰ ਜ਼ਬਾਨ ਵੱਲ ਨਾ ਵੇਖੋ, ਇਹ ਤਾਂ ਇੱਕ ਮਿੱਠੀ ਛੁਰੀ ਹੈ। 12 ਤਾਲਣ ਨੇ ਦੇਖੋ ਕਰਤਾਰੋਂ ਨੂੰ ਕਿਸ ਤਰ੍ਹਾਂ ਮੱਖਣ 'ਚੋਂ ਵਾਲ ਵਾਂਗ ਕੱਢ ਕੇ ਲਾਂਭੇ ਧਰ ਦਿੱਤਾ ਹੈ ਅਤੇ 6 ਮਹੀਨਿਆਂ 'ਚ ਹੀ ਆਪ ਸਾਰੀ ਜਾਇਦਾਦ 'ਤੇ ਕਾਬਜ਼ ਹੋ ਗਈ। ਇਹਨੇ ਕਈ ਤਰ੍ਹਾਂ ਦੇ ਕਈਆਂ ਨਾਲ ਸੰਬੰਧ ਰੱਖੇ ਔਰ ਸਾਰਿਆਂ ਨੂੰ ਐਸਾ ਗੜੂੰਦ ਕੀਤਾ ਕਿ ਸੂਹ ਤੱਕ ਨਾ ਨਿਕਲੀ। ਮਾਸੀ, ਪਾਪ ਸਦਾ ਲਈ ਗੁੱਝਾ ਨਹੀਂ ਰਹਿੰਦਾ। 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਆਖਰ ਭਾਂਡਾ ਫੁੱਟ ਗਿਆ ਨਾ। ਪਿਓ ਵਿਚਾਰਾ ਇਹਦਾ ਭਗਤ ਹੁੰਦਾ ਸੀ ਅਤੇ ਸੇਠ ਗੁਰਦਿੱਤਾ ਮੱਲ ਦੀ ਸਾਰੇ ਪੰਜਾਬ 'ਚ ਕਿੱਡੀ ਇੱਜ਼ਤ ਤੇ ਆਬਰੂ ਬਣੀ ਸੀ। ਅੱਜ ਇਹਨੇ ਉਸ ਮੁਸ਼ਟੰਡੇ ਸਾਧੂ ਨਾਲ ਸੰਬੰਧ ਪੈਦਾ ਕਰਕੇ ਦੋਹਾਂ ਦੀ ਦਾੜੀ ਘੱਟਾ ਪਾ ਦਿੱਤਾ ਹੈ। ਬੁੱਢੀ: ਸੋਮਾਵੰਤੀ, ਕੀ ਆਖਦੀ ਹੈ? ਹਾਲ ਬਾਜ਼ਾਰ ਵਿੱਚ ਹੀ ਰਹਿੰਦੇ ਆ। ਇਹ ਕੁੜੀ ਸਾਡੀ ਗੁਆਂਢਣ ਹੈ। ਸਾਰਾ ਬਾਜ਼ਾਰ ਇਹਨੂੰ ਧੰਨ ਧੰਨ ਕਰਦਾ। ਇਹਦੇ ਨੌਕਰ ਚਾਕਰ ਤਾਂ ਇਹਦੀਆਂ ਸਿਫਤਾਂ ਕਰਦੇ ਨਹੀਂ ਰੱਜਦੇ। ਅਧਖੜ: ਮਾਸੀ, ਪੁਰਾਣੇ ਜ਼ਮਾਨੇ ਦੇ ਆਦਮੀ ਭੋਲੇ ਭਾਲੇ ਹੁੰਦੇ ਸੀ। ਤੁਸੀਂ ਕੀ ਜਾਣੋ ਇਹਨਾਂ ਚਲਾਕੀਆਂ ਨੂੰ। ਹੁਣ ਵੀ ਯਕੀਨ ਹੋਇਆ ਕਿ ਨਹੀਂ? ਅਤੇ ਥੋੜ੍ਹੀ ਦੂਰ ਪਰੇ 2 ਹੋਰ ਮੁਟਿਆਰਾਂ ਨਹਾਉਂਦੀਆਂ ਅਤੇ ਗੱਲਾਂ ਕਰਦੀਆਂ ਹੈ। ਗੁਰਦੇਵੀ ਕਹਿ ਰਹੀ ਹੈ ਕਿ ਨਹੀਂ ਰਾਮ ਰੱਖੀਏ, ਸੁਣਿਆ ਹੀ ਕੀ ਆਖਦੇ ਨੇ, ਹੀਰ ਨੇ ਉਸ ਕੰਬਲੀ ਵਾਲੇ ਸਾਧੂ 'ਤੇ ਜਾਦੂ ਪਾ ਲਿਆ। ਭੈਣ ਗੁਰੂ, ਮੈਂ ਤਾਂ ਇਹ ਗੱਲ ਮੰਨਦੀ ਨਹੀਂ। ਅਕਸਰ ਅਸੀਂ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਸੇਠ ਗੁਰਦਿੱਤਾ ਮੱਲ ਨੂੰ ਮੋਇਆਂ 12 ਸਾਲ ਹੋ ਗਏ ਨੇ ਅਤੇ ਕੁੜੀ ਹੀਰ ਜਿਸ ਸ਼ਰਮ ਹਿਆ 'ਚ ਰਹੀਏ ਉਹ ਤੋਂ ਅੰਦਾਜ਼ਾ ਲਾ ਕੇ ਮੰਨਣਾ ਮੁਸ਼ਕਿਲ ਹੈ ਕਿ ਇਹਨੇ ਇੱਕ ਸਾਧੂ ਨਾਲ ਕੋਈ ਨਾਜਾਇਜ਼ ਤਾਲਕ ਪੈਦਾ ਕਰ ਲਏ ਹਨ। ਅੱਛਾ, ਮੰਨ ਵੀ ਲਈਏ ਜੇ ਠੀਕ ਹੈ ਤਾਂ ਵੀ ਕੀ ਨਹੀਂ ਰਹਿ ਗਿਆ। ਹੀਰ ਵੀ ਤਾਂ ਸਾਡੀ ਉਮਰ ਦੀ ਇੱਕ ਇਸਤਰੀ ਹੈ। ਆਪਣੇ ਵੱਲ ਵੇਖੋ ਅਤੇ ਆਪਣੇ ਮਨ 'ਚ ਝਾਤੀ ਮਾਰੋ। ਸਭ ਇਨਸਾਨ ਕਮਜ਼ੋਰੀਆਂ ਦੇ ਪੁਤਲੇ ਹਨ। ਕੰਬਲੀ ਵਾਲੇ ਵੱਲ ਜ਼ਰਾ ਨਜ਼ਰ ਮਾਰ ਕੇ ਤੇ ਵੇਖੋ, ਅੱਖਾਂ ਚੁੰਦੀਆਂ ਹੁੰਦੀਆਂ। ਇਹ ਤਾਂ ਕੋਈ ਗੋਰੇ ਕ੍ਰਿਸ਼ਨ ਦਾ ਅਵਤਾਰ ਹੈ। ਅਜਿਹੇ ਤੇਜਵਾਨ ਅਤੇ ਸੁੰਦਰ ਪੁਰਸ਼ ਨੇ ਹੀਰ ਦਾ ਦਿਲ ਜਿੱਤ ਵੀ ਲਿਆ ਤਾਂ ਵੀ ਨਿੰਦਿਆ ਕਰਨ ਦੀ ਕੀ ਲੋੜ? ਭੈਣ, ਮੈਂ ਕੋਈ ਨਿੰਦਿਆ ਤਾਂ ਨਹੀਂ ਕੀਤੀ। ਮੈਂ ਤਾਂ ਤੈਨੂੰ ਗੱਲ ਸੁਣਾਈਏ। ਵੇਖ, ਉਹ ਦੋਵੇਂ ਸਾਹਮਣੇ ਤੁਰੇ ਆਉਂਦੇ ਨੇ। ਕਿੱਡਾ ਸੁੰਦਰ ਅਤੇ ਸੁਭਾਗ ਜੋੜਾ ਨਜ਼ਰ ਆਉਂਦਾ ਹੈ। ਇੱਕ ਹੋਰ ਥਾਂ 4 ਸਾਧੂ ਖੜੋਤੇ ਗੱਲਾਂ ਕਰਦੇ ਹੈ। ਅਰੇ ਭਾਈ तुलसीदास, आपके गुरु भाई कमली वाले ने क्या किया? रामदास: भाई हम तो हमेशा कमली वाले को श्रोमणी साधु मानते थे। बाबा परम हंस की मृत्यु के बाद तो हम उसे ही समझते थे कि ये हमारे सिरताज तपस्वी है। फिर स्वामी जी अब क्या हो गया? अरे भाई, सुबह से यहाँ चर्चा हो रही है कि वो एक खूबसूरत स्त्री के जाल में फंस गए। बाबा परमहंस का चेला और 10 साल का तपस्वी और एक दिन में काम में लंपट हो जाए, ये कोई मानने वाली बात नहीं। रामदास: नहीं महात्मा जी, ये तो इश्क यज्ञ के दिन का शुरू हुआ है। तुलसीदास: मैं तो ये मानता नहीं। अगर आपके दिल में कोई भरम है तो आओ कमली वाले से सीधी बात कर लें। एक साधु मूर्छा की दिशा में पड़ा है और एक स्त्री उसको बचाती है और हरिद्वार ले आती है, तो इससे कैसे समझ लें कि वो कामलीन हो गया? नाथ: अच्छा भाई, कमली वाला जाने और उसका परमात्मा, हमें इन बातों से क्या? रामदास कहने लगा, भाई तुलसीदास, कमली वाला तुम्हारा गुरु भाई है, गुस्सा ना मानना। जब काम की लहरें मन में उठती हैं तो इनको दबाना कोई आसान काम नहीं। बड़े बड़े ऋषि मुनि इन लहरों के आगे बह जाते हैं। एक उर्दू शायर ने सच लिखा है, ऐ इश्क तूने अक्सर कौमों को खा के छोड़ा, जिस घर से सिर उठाया उसको बिठा के छोड़ा। राजों के राज छीने, शाहों के ताज छीने, गर्दन कशों को अक्सर नीचा दिखा के छोड़ा। हम तो ये बात आपकी दृष्टिगोचर करना चाहते थे ताकि इसका कोई प्रबंध हो सके तो कर लें। ਕੰਬਲੀ ਵਾਲਾ ਤੇ ਹੀਰ ਦੋਵੇਂ ਹਰ ਕੀ ਪੌੜੀ ਵੱਲ ਗਏ। ਪਿੱਛੋਂ ਰੁਕਮਣ ਤੇ ਰਾਧਾ ਇਉਂ ਗੱਲਾਂ ਕਰਨ ਲੱਗ ਪਈਆਂ। ਮੈਂ ਤੇ ਪਹਿਲੇ ਦਿਨ ਹੀ ਤਾੜ ਗਈ ਸੀ ਕਿ ਇਸ ਦਾਲ 'ਚ ਕੁਝ ਕਾਲਾ ਹੈ।
ਰਾਧਾ, ਰੁਕਮਣ ਤੈਨੂੰ ਕੀ ਕਾਲਾ ਕਾਲਾ ਨਜ਼ਰ ਆਇਆ? ਰਾਧਾ, ਤੂੰ ਭੋਲੀ ਹੈ, ਤੂੰ ਸੁਣਿਆ ਨਹੀਂ ਕਿ ਸਾਰੇ ਹਰਿਦੁਆਰ 'ਚ ਸਵੇਰ ਦੀਆਂ ਕੀ ਗੱਲਾਂ ਹੁੰਦੀਆਂ ਨੇ? ਪਈਆਂ ਹੋਣ। ਨਿੰਦਕ ਦੀ ਜ਼ੁਬਾਨ ਲੰਮੀ ਹੁੰਦੀ ਹੈ। ਹੋਇਆ ਕਿ ਇਸਤਰੀ ਅਤੇ ਮਰਦ ਦਾ ਪ੍ਰੇਮ ਇੱਕ ਕੁਦਰਤੀ ਗੱਲ ਹੈ। ਪਰ ਰਾਧਾ, ਗੱਲ ਠੀਕ ਹੈ। ਜਦ ਤੁਸੀਂ ਅੰਮ੍ਰਿਤਸਰ ਚਲੇ ਗਏ ਅਤੇ ਮੈਂ ਦੂਜੇ ਦਿਨ ਰੋਟੀ ਲੈ ਕੇ ਰਾਮ ਗੰਗਾ ਗਈ ਤਾਂ ਮੈਂ ਕੀ ਵੇਖਦੀ ਹਾਂ ਕਿ ਸਾਧੂ ਇੱਕ ਪਹਾੜੀ 'ਤੇ ਚੜ੍ਹਿਆ ਸਾਡਾ ਰਾਹ ਵੇਖ ਰਿਹਾ ਸੀ। ਅਤੇ ਜਦ ਮੈਂ ਕੁਟੀਆ 'ਚ ਵੜੀ ਤਾਂ ਸਾਧੂ ਨੇ ਅੱਖਾਂ ਚੁੱਕ ਕੇ ਮੇਰੇ ਵੱਲ ਵੇਖਿਆ ਅਤੇ ਚਿਹਰੇ 'ਤੇ ਉਦਾਸੀ ਫਿਰ ਗਈ। ਫਿਰ ਮੇਰੇ ਕੋਲੋਂ ਪੁੱਛਣ ਲੱਗਾ, ਤੇਰੀ ਬੀਬੀ ਕਿੱਥੇ ਹੈ, ਕਦੋਂ ਆਏਗੀ? ਮੈਂ ਝੱਟ ਤਾੜ ਗਈ ਕਿ ਮੇਰੀ ਬੀਬੀ ਦੇ ਹੁਸਨ ਨੇ ਇਹਦੇ ਮਨ 'ਤੇ ਚੋਟ ਲਾਈ ਹੈ। ਰਾਧਾ, ਰੁਕਮਣ, ਇਹ ਗੱਲਾਂ ਸਭ ਨਿਰਮੂਲ ਨੇ। ਮੈਂ ਕੱਲ੍ਹ ਦਾ ਨਜ਼ਾਰਾ ਆਪਣੀ ਅੱਖੀਂ ਵੇਖਿਆ ਔਰ ਸਭ ਕੁਝ ਆਪਣੀ ਕੰਨੀ ਸੁਣਿਆ। ਬੀਬੀ ਜੀ ਨੇ ਕੱਲ੍ਹ ਸਾਫ਼ ਉੱਚੀ ਆਵਾਜ਼ 'ਚ ਕਿਹਾ ਕਿ ਮਹਾਤਮਾ ਜੀ, ਮੈਂ ਆਪ ਦੇ ਦਰ 'ਤੇ ਕਿਸੇ ਸਰੀਰਕ ਵਿਸ਼ੇ ਨੂੰ ਪੂਰਾ ਕਰਨ ਲਈ ਹਾਜ਼ਰ ਨਹੀਂ ਹੋਈ। ਮੈਂ ਤਾਂ ਆਪ ਨਾਲ ਆਤਮਿਕ ਸੰਬੰਧ ਪੈਦਾ ਕਰਨਾ ਚਾਹੁੰਦੀ ਹਾਂ। ਅਤੇ ਜੇ ਬੀਬੀ ਦੇ ਦਿਲ 'ਚ ਕਾਮ ਪ੍ਰਬਲ ਹੁੰਦਾ ਤਾਂ ਅੱਜ ਤੋਂ 5 ਸਾਲ ਪਹਿਲਾਂ ਜਦ ਸੇਠ ਗੋਬਿੰਦ ਦਾਸ ਦੇ ਲੜਕੇ ਨਾਲ ਇਹਨੂੰ ਵਿਆਹੁਣ ਦੇ ਯਤਨ ਕੀਤੇ ਜਾਂਦੇ ਸੀ, ਇਹ ਜ਼ਰੂਰ ਮੰਨ ਜਾਂਦੀ। ਮੁੰਡੇ ਨੇ ਕਿੰਨੇ ਤਰਲੇ ਲਏ, ਸਭ ਭਾਈਚਾਰੇ ਨੇ ਜ਼ੋਰ ਲਾਇਆ। ਮੁੰਡਾ ਹੈ ਵੀ ਬੜਾ ਸ਼ਕੀਲ ਅਤੇ ਹੋਣਹਾਰ, ਪਰ ਬੀਬੀ ਚੱਟਾਨ ਵਾਂਗ ਡੋਲ ਰਹੀ ਅਤੇ ਇਹੋ ਕਹਿੰਦੀ ਰਹੀ ਕਿ ਮੈਂ ਭੋਗਾਂ ਦੇ ਜੀਵਨ 'ਚ ਨਹੀਂ ਪੈਣਾ ਚਾਹੁੰਦੀ। ਰੁਕਮਣ, ਮਨ ਦੀ ਅਵਸਥਾ ਹਰ ਵੇਲੇ ਇੱਕ ਨਹੀਂ ਰਹਿੰਦੀ। ਰਾਧਾ, ਬੀਬੀ ਦਾ ਮਨ ਤਾਂ ਅੱਗੇ ਨਾਲੋਂ ਜ਼ਿਆਦਾ ਅਡੋਲ ਹੈ। ਉਹਦਾ ਮਨ ਤੇ ਆਤਮਿਕ ਮੰਡਲਾਂ 'ਚ ਉਡਾਰੀਆਂ ਮਾਰਦਾ ਹੈ। ਕੰਬਲੀ ਵਾਲਾ ਅਤੇ ਹੀਰ ਫਿਰਦੇ ਫਿਰਦੇ ਹਰ ਕੀ ਪੌੜੀ ਜਾ ਪਹੁੰਚੇ। ਹੇਠਾਂ ਉਤਰੇ ਉਹੀ ਜਨਾਨੀਆਂ ਜਿਹੜੀਆਂ ਨਿੰਦਿਆ ਕਰਦੀਆਂ ਸਨ ਝੱਟ ਕਹਿਣ ਲੱਗੀਆਂ, ਧੰਨ ਬੀਬੀ ਹੀਰ, ਧੰਨ ਬੀਬੀ ਹੀਰ। ਘੜੀ ਕੁ ਗੰਗਾ ਦੇ ਕੰਢੇ 'ਤੇ ਟਹਿਲਦੇ ਰਹੇ। ਲੋਕਾਂ ਨੂੰ ਵੇਖ ਕੇ ਉਹ ਜਾਪਦਾ ਸੀ ਜਿਕੂ ਕੋਈ ਅਰਸ਼ਾਂ ਤੋਂ ਜੋੜਾ ਉਤਰਿਆ। ਜਦ ਇਹ ਨਿਵਾਸ ਸਥਾਨ ਵੱਲ ਮੁੜੇ ਤਾਂ ਫਿਰ ਉਹੀ ਨਿੰਦਕ ਦੀ ਲੰਬੀ ਜ਼ੁਬਾਨ। ਕੁਝ ਦੀਆਂ ਕੁਝ ਗੱਲਾਂ ਹੋਣ ਲੱਗ ਪਈਆਂ। ਘਰ ਆ ਕੇ ਹੀਰ ਨੇ ਉੱਚੀ ਦਿੱਤੀ ਕਿਹਾ, ਰੁਕਮਣ, ਅੱਜ ਰੋਟੀ ਜਲਦੀ ਤਿਆਰ ਕਰੋ। ਮਹਾਤਮਾ ਜੀ ਰਾਮ ਗੰਗਾ ਜਾਣਾ ਚਾਹੁੰਦੇ ਨੇ ਅਤੇ ਮੈਂ ਵੀ ਇਹਨਾਂ ਨਾਲ ਜਾਵਾਂਗੀ। ਅਜੇ ਲੋ ਹੀ ਸੀ ਕਿ ਪ੍ਰਸ਼ਾਦ ਛੱਕ ਕੇ ਦੋਵੇਂ ਬਾਹਰ ਨਿਕਲੇ ਅਤੇ ਇੱਕ ਟਾਂਗਾ ਲੈ ਕੇ ਰਾਮ ਗੰਗਾ ਵੱਲ ਰਵਾਨਾ ਹੋ ਪਏ। ਫਿਰ ਲੋਕੀ ਉਹੀ ਚਰਚਾ, ਕਿੱਧਰ ਗਏ। ਇੱਕ ਸਾਧੂਆਂ ਦਾ ਟਾਂਗਾ ਅਤੇ ਇੱਕ ਅੰਮ੍ਰਿਤਸਰ ਦੀਆਂ ਔਰਤਾਂ ਦਾ ਟਾਂਗਾ ਮਗਰ ਟੁਰ ਪਿਆ। ਰਾਮ ਗੰਗਾ ਪਹੁੰਚ ਗਏ। ਦੋਵੇਂ ਉਸ ਟਿੱਬੇ 'ਤੇ ਜਾ ਖਲੋਤੇ ਜਿੱਥੇ ਕੰਬਲੀ ਵਾਲਾ 2 ਦਿਨ ਪਹਿਲਾਂ ਬੇਹੋਸ਼ ਪਿਆ ਸੀ। ਚਿੱਟੀ ਦੁੱਧ ਚੰਨ ਦੀ ਚਾਨਣੀ, ਰਮਣੀਕ ਥਾਂ ਅਤੇ ਰਾਮ ਗੰਗਾ ਦੇ ਵਗਣ ਦੀ ਮਿੱਠੀ ਮਿੱਠੀ ਧੁਨੀ। ਹੀਰ ਨੂੰ ਤੇ ਇਉਂ ਜਾਪੇ ਜਿਵੇਂ ਕੋਈ ਸਵਰਗ ਦਾ ਝੂਟਾ ਆ ਗਿਆ। ਮਹਾਤਮਾ ਨੇ ਕੰਬਲੀ ਲਾਹ ਦਿੱਤੀ ਅਤੇ ਬੰਸਰੀ ਦੀ ਐਸੀ ਸੋਹਣੀ ਧੁਨ ਕੱਢੀ ਜਿਹਦੇ ਨਾਲ ਪੱਥਰ ਵੀ ਮੋਮ ਹੋ ਜਾਣ। ਜਿਉਂ-ਜਿਉਂ ਬੰਸਰੀ ਵੱਜਦੀ ਜਾਏ, ਮਹਾਤਮਾ ਨੂੰ ਹੋਰ ਵੀ ਵਜਦ ਆਉਂਦਾ ਜਾਏ ਅਤੇ ਜੰਗਲ ਦੇ ਜਾਨਵਰ ਸਭ ਉਸ ਰੇਤ ਦੇ ਟਿੱਬੇ 'ਤੇ ਇਕੱਠੇ ਹੁੰਦੇ ਜਾਣ। ਇਉਂ ਜਾਪੇ ਜਿਵੇਂ ਕੋਈ ਅਰਸ਼ੀ ਦਰਬਾਰ ਲੱਗਾ ਹੋਇਆ। ਇਸ ਬੰਸਰੀ ਦੀ ਧੁਨੀ 'ਚ ਕੀ ਜੰਗਲ ਦੇ ਵਾਸੀ ਅਤੇ ਕੀ ਹੀਰ ਸਭ ਗੁੱਟ ਹੋ ਗਏ। ਅੰਤ ਪਰਮਾਤਮਾ ਦੇ ਹੱਥੋਂ ਬੰਸਰੀ ਤਾਂ ਡਿੱਗ ਪਈ, ਪਰ ਧੁਨੀ ਉਸੇ ਤਰ੍ਹਾਂ ਜਾਰੀ ਰਹੀ। ਮੈਂ ਔਰ ਨਹੀਂ, ਤੂੰ ਔਰ ਨਹੀਂ, ਮੈਂ ਔਰ ਨਹੀਂ, ਤੂੰ ਔਰ ਨਹੀਂ। ਹੀਰ ਨੇ ਵੀ ਉੱਠ ਕੇ ਤਾਲ 'ਚ ਤਾੜਾ ਮਾਰਨਾ ਸ਼ੁਰੂ ਕਰ ਦਿੱਤਾ। ਲੁੱਕ ਕੇ ਵੇਖਣ ਵਾਲੇ ਨਿੰਦਕ ਵੀ ਇਸ ਨਜ਼ਾਰੇ ਨਾਲ ਮੋਹਿਤ ਹੋ ਗਏ। ਅੰਤ 'ਚ ਮਹਾਤਮਾ ਜਾਨਵਰਾਂ ਵੱਲ ਮੂੰਹ ਕਰਕੇ ਖਲੋ ਗਿਆ ਅਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਐ ਜੰਗਲ ਦੇ ਵਾਸੀਓ, ਮੇਰੇ ਸਾਥੀਓ, ਮੇਰਾ ਤੁਹਾਨੂੰ ਪ੍ਰਣਾਮ। ਪਰਮਾਤਮਾ ਜਾਣੇ ਫਿਰ ਇਸ ਜੀਵਨ 'ਚ ਮੇਲੇ ਹੋਣੇ ਨੇ ਜਾਂ ਨਹੀਂ। ਮੈਂ ਆਪ ਤੋਂ ਛੁੱਟੀ ਮੰਗਦਾ ਹਾਂ। ਨਦੀਆਂ ਵਾਹ ਵਿਛੁੰਨਿਆ, ਮੇਲਾ ਸੰਜੋਗੀ ਰਾਮ। ਮੇਰੇ ਪਾਸੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਖਿਮਾ ਕਰਨਾ। ਜਿਉਂਦੇ ਰਹੇ, ਫਿਰ ਮਿਲਾਂਗੇ। ਧੰਨਵਾਦ। ਅੰਗ 7ਵਾਂ। ਮਾਂਗੋ ਕਾਹੀ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਅੰਮ੍ਰਿਤਸਰ ਹਾਲ ਦਰਵਾਜ਼ੇ ਵੜਦਿਆਂ ਹੀ ਸੱਜੇ ਹੱਥ ਵੱਲ ਇੱਕ ਵੱਡਾ ਮਕਾਨ ਹੈ। ਉਸ 'ਚ ਕੁਝ ਦਿਨਾਂ ਦੀ ਗਹਿਮਾ ਗਹਿਮੀ ਹੈ। ਇਸ ਘਰ 'ਤੇ ਤਾਂ ਅੱਗੇ ਹੀ ਪਰਮਾਤਮਾ ਦੀ ਮਿਹਰ ਸੀ, ਪਰ ਹੁਣ ਇਉਂ ਜਾਪਦਾ ਜਿਵੇਂ ਉਹਦੀ ਰਹਿਮਤ ਦੀਆਂ ਨਦੀਆਂ ਹੀ ਵਹਿ ਰਹੀਆਂ ਹੋਣ। ਨੌਕਰ ਚਾਕਰ ਸਾਰੇ ਗਦਗਦ ਨਜ਼ਰ ਆਉਂਦੇ ਹਨ। ਮਹਾਤਮਾ ਕੰਬਲੀ ਵਾਲਾ ਹੀਰ ਨੂੰ ਦੇਵੀ ਕਹਿ ਕੇ ਬੁਲਾਉਂਦਾ ਹੈ। ਇਸ ਕਰਕੇ ਸਾਰੇ ਘਰ ਅਤੇ ਬਾਹਰ ਦੇ ਜੀਅ ਉਹਨੂੰ ਦੇਵੀ ਹੀ ਆਖਣ ਲੱਗ ਪਏ ਹਨ।
ਕੰਬਲੀ ਵਾਲਾ ਚੌਥੀ ਛੱਤੇ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦਾ ਹੈ। ਇਸ ਕਮਰੇ 'ਚ ਇੱਕ ਚਟਾਈ, ਇੱਕ ਚਿੱਪੀ ਅਤੇ ਇੱਕ ਝੱਜਰ ਪਏ ਹਨ। ਮਹਾਤਮਾ ਨੇ ਇਸ ਆਲੀਸ਼ਾਨ ਘਰ ਵਿੱਚ ਆ ਕੇ ਵੀ ਆਪਣੇ ਰਹਿਣ ਦਾ ਤਰੀਕਾ ਨਹੀਂ ਬਦਲਿਆ। ਹਾਂ, ਦੇਵੀ ਦੇ ਜ਼ੋਰ ਦੇਣ 'ਤੇ ਇੰਨਾ ਮੰਨ ਲਿਆ ਕਿ ਰਾਤ ਨੂੰ ਵਾਣੇ ਮੰਜੇ 'ਤੇ ਸੌਂ ਜਾਂਦੇ। ਜਦ ਦੇ ਮਹਾਤਮਾ ਜੀ ਆਏ ਹਨ, ਘਰ ਵਿੱਚ ਖਾਣ ਪੀਣ, ਰਹਿਣ ਬਹਿਣ ਵਿੱਚ ਹਰ ਤਰ੍ਹਾਂ ਨਾਲ ਸਾਦਗੀ ਵਰਤੀ ਜਾਂਦੀ ਹੈ। ਦੇਵੀ ਮਹਾਤਮਾ ਜੀ ਦੇ ਨਾਲ ਨਾਲ ਸਵੇਰੇ 3 ਵਜੇ ਉੱਠਦੀ ਹੈ। ਫਿਰ ਇਸ਼ਨਾਨ ਪਾਣੀ ਕਰਕੇ ਦੋਵੇਂ ਜਣੇ ਪਾਠ ਕਰਦੇ, ਪੈਦਲ ਹਰਿਮੰਦਰ ਸਾਹਿਬ ਜਾਂਦੇ। ਉੱਥੋਂ 2 ਘੰਟੇ ਦੇ ਕਰੀਬ ਪ੍ਰਸਿੱਧ ਰਾਗੀ ਭਾਈ ਰਾਮੇ ਦਾ ਕੀਰਤਨ ਸੁਣ ਕੇ ਘਰ ਵਾਪਸ ਆਉਂਦੇ ਹੈ। ਇਸ ਤੋਂ ਉਪਰੰਤ ਕੋਈ ਪੈਰ ਕੁ ਭਰ ਮਹਾਤਮਾ ਆਪਣੇ ਕਮਰੇ 'ਚ ਚਟਾਈ 'ਤੇ ਤਪੱਸਿਆ ਕਰਦਾ ਹੈ। ਦੇਵੀ ਇਹ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ 'ਚ ਲਗਾਉਂਦੀ ਹੈ। ਉਪਰੰਤ ਦੋਵੇਂ ਦੁੱਧ ਪੀ ਕੇ ਰਾਮ ਬਾਗ ਵੱਲ ਚੱਲ ਜਾਂਦੇ ਹਨ। ਰਾਮ ਬਾਗ ਦੀ ਸਾਹਮਣੇ ਵਾਲੀ ਸੜਕ 'ਤੇ ਸੇਠ ਗੁਰਾਂਦਿੱਤਾ ਮੱਲ ਨੇ ਕੋਈ 5-6 ਕੋਠੀਆਂ ਖਰੀਦੀਆਂ। ਇਹਨਾਂ ਵਿੱਚੋਂ ਇੱਕ ਕੋਠੀ ਇਹਨਾਂ ਦੀ ਆਪਣੀ ਰਿਹਾਇਸ਼ ਲਈ ਤਿਆਰ ਹੋ ਰਹੀ ਹੈ। ਉਹਦੀ ਦੂਜੀ ਛੱਤ ਉੱਤੇ ਮਹਾਤਮਾ ਜੀ ਲਈ ਕਮਰਾ ਬਣ ਰਿਹਾ। ਕੋਠੀ ਦੇ ਚੁਫੇਰੇ ਇੱਕ ਮਜ਼ਬੂਤ ਫਸੀਲ ਹੈ ਅਤੇ ਅੰਦਰ ਇੱਕ ਸੁੰਦਰ ਬਾਗ। ਦੂਜੀ ਕੋਠੀ ਨੂੰ ਇੱਕ ਵਿਧਵਾ ਆਸ਼ਰਮ 'ਚ ਤਬਦੀਲ ਕੀਤਾ ਜਾ ਰਿਹਾ ਹੈ। ਤੀਜੀ 'ਚ ਯਤੀਮਖਾਨਾ ਖੋਲ੍ਹਣ ਦਾ ਖਿਆਲ ਹੈ ਅਤੇ ਚੌਥੀ 'ਚ ਜਨਾਨਾ ਹਸਪਤਾਲ ਬਣਾਇਆ ਜਾ ਰਿਹਾ ਹੈ। ਉਂਝ ਤਾਂ ਇਹ ਇਮਾਰਤਾਂ ਠੇਕੇ 'ਤੇ ਬਣ ਰਹੀਆਂ ਹਨ, ਪਰ ਮਹਾਤਮਾ ਅਤੇ ਦੇਵੀ ਦੋਵੇਂ ਹਰ ਰੋਜ਼ ਆ ਕੇ ਵੇਖਦੇ ਹਨ ਅਤੇ ਠੇਕੇਦਾਰਾਂ ਨੂੰ ਹਦਾਇਤਾਂ ਕਰਦੇ ਹਨ। ਵਾਪਸ ਆ ਕੇ 12 ਵਜੇ ਦੇ ਕਰੀਬ ਪ੍ਰਸ਼ਾਦ ਛਕਦੇ ਹਨ ਅਤੇ ਘੰਟਾ 2 ਘੰਟੇ ਆਰਾਮ ਕਰਦੇ ਹਨ। ਸ਼ਾਮ ਦੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਮਹਾਤਮਾ ਜੀ ਗੀਤਾ ਦੀ ਕਥਾ ਕਰਦੇ ਹਨ, ਜਿਸ 'ਚ ਘਰ ਦੇ ਨੌਕਰ ਚਾਕਰ ਅਤੇ ਆਂਢ ਗੁਆਂਢ ਦੀਆਂ ਤਰੀਮਤਾਂ ਸ਼ਾਮਲ ਹੁੰਦੀਆਂ ਹਨ। ਕਥਾ ਤੋਂ ਪਿੱਛੋਂ ਮਹਾਤਮਾ ਜੀ ਅਤੇ ਦੇਵੀ ਦੋਵੇਂ ਗਰੀਬ ਗੁਰਬਿਆਂ ਦੇ ਘਰਾਂ ਵੱਲ ਜਾਂਦੇ ਹਨ, ਬਿਮਾਰਾਂ ਦੀ ਸੇਵਾ ਕਰਦੇ ਹਨ, ਗਰੀਬਾਂ ਨੂੰ ਦਾਨ ਦਿੰਦੇ ਹਨ ਅਤੇ ਉਹਨਾਂ ਨਾਲ ਬੈਠ ਕੇ ਕਿੰਨਾ ਚਿਰ ਵਿਚਾਰਾਂ ਕਰਦੇ ਹੈ। ਫਿਰ ਵਾਪਸ ਆਉਂਦੇ, ਚਲੇ ਜਾਂਦੇ। ਕਦੇ ਬਿਆਸਾ ਦੇ ਕੰਢੇ ਸ਼ਾਮ ਨੂੰ ਸਾਜਰੇ ਜਾ ਕੇ ਚਿਰ ਕੇ ਵਾਪਸ ਆਉਂਦੇ। ਬਾਹਰ ਜਾਣ ਤਾਂ ਆਮ ਤੌਰ 'ਤੇ ਦੋਹਾਂ ਘੋੜਿਆਂ ਵਾਲੀ ਵਿਕਟੋਰੀਆ 'ਚ ਜਾਂਦੇ ਹਨ, ਪਰ ਰਾਧਾ ਵੀ ਨਾਲ ਹੁੰਦੀ ਹੈ। ਸਦਾ ਵਾਂਗ ਇੱਕ ਦਿਨ ਦਰਬਾਰ ਸਾਹਿਬ 'ਚ ਭਾਈ ਰਾਮੇ ਦਾ ਕੀਰਤਨ ਹੋ ਰਿਹਾ ਸੀ। ਭਾਈ ਰਾਮਾ ਆਮ ਤੌਰ 'ਤੇ ਇੱਕ ਸ਼ਬਦ ਲੈ ਕੇ ਸਾਰਾ ਸਮਾਂ ਉਸ ਉੱਤੇ ਬਾਣੀ ਦੇ ਪ੍ਰਮਾਣ ਲਿਆ ਕੇ ਕੀਰਤਨ ਕਰਦਾ ਸੀ। ਇੱਕ ਦਿਨ ਉਹਨੇ ਇਸ ਸ਼ਬਦ ਦਾ ਕੀਰਤਨ ਕੀਤਾ, ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਕੀਰਤਨ ਬੜਾ ਰਸੀਲਾ ਸੀ। ਪ੍ਰਭਾਤ ਦਾ ਸਮਾਂ ਵੀ ਇੱਕ ਅਜੀਬ ਸਮਾਂ ਹੁੰਦਾ ਹੈ। ਮਹਾਤਮਾ ਦੀ ਸੁਰਤ ਐਸੀ ਜੁੜੀ ਕਿ ਕੀਰਤਨ ਦੇ ਪਿੱਛੇ ਟੁੰਬ ਕੇ ਉਠਾਇਆ। ਵਾਪਸ ਆਉਂਦੇ ਹੋਏ ਵੀ ਪਰਮਾਤਮਾ ਦੀਆਂ ਅੱਖਾਂ ਅੱਗੇ ਮਹਾਤਮਾ ਦੀਆਂ ਅੱਖਾਂ ਮੁੜ ਜੁੜ ਜਾਣ। ਘੰਟਾ ਘਰ ਤੋਂ ਬਾਹਰ ਨਿਕਲੇ ਤਾਂ ਵੀ ਅਜੇ ਅੱਖਾਂ ਬੜੀਆਂ ਰਸੀਲੀਆਂ ਸਨ। ਉਤਰਦਿਆਂ ਕੀ ਵੇਖਣ ਕਿ ਇੱਕ ਲੰਬਾ ਚੌੜਾ ਜਵਾਨ ਸਿੱਖ ਦਬਾ ਦਬ ਗੰਦੀਆਂ ਗਾਲਾਂ ਕੱਢਦਾ ਹੋਇਆ ਉਹਨਾਂ ਵੱਲ ਤੁਰਿਆ ਆਉਂਦਾ ਹੈ। ਲਾਗੇ ਆ ਕੇ ਉਹਨੇ ਮਹਾਤਮਾ ਨੂੰ ਬੜਾ ਬੁਰਾ ਭਲਾ ਕਿਹਾ, ਫਿਰ ਧੱਕਾ ਮਾਰਿਆ, ਫਿਰ ਜੁੱਤੀ ਲਾ ਕੇ 2-4 ਧਰ ਵੀ ਦਿੱਤੀਆਂ। ਮਹਾਤਮਾ ਦੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਰਾਮਦਾਸ, ਧੰਨ ਬਾਬਾ ਪਰਮਹੰਸ, ਮਿਹਰ ਕਰ। ਬਾਜ਼ਾਰ ਤੇ ਅਜੇ ਬੰਦ ਹੀ ਸੀ, ਪਰ ਦਰਬਾਰ ਸਾਹਿਬ 'ਚੋਂ ਨਿਕਲ ਕੇ ਆਦਮੀ ਦੌੜੇ ਆਏ। ਲੋਕਾਂ ਨੇ ਫੜ ਕੇ ਉਹਨਾਂ ਨੂੰ ਪਰੇ ਕੀਤਾ। ਇੱਕ ਹੋਰ ਸਿੱਖ ਬੜੀ ਤੈਸ਼ 'ਚ ਆ ਗਿਆ ਅਤੇ ਉਹ ਗੁੰਡੇ ਸਿੱਖ ਨੂੰ ਇਉਂ ਕਹਿਣ ਲੱਗਾ, ਉਹ ਦੁਸ਼ਟਾ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਤੇ 10ਮ ਪਾਤਸ਼ਾਹ ਦੇ ਨਾਮ ਨੂੰ ਕਲੰਕਿਤ ਕਰ ਰਿਹਾ। ਕੁਝ ਸ਼ਰਮ ਕਰ। ਮੈਂ ਸਭ ਕੁਝ ਜਾਣਦਾ। ਫਿੱਟੇ ਮੂੰਹ ਤੇਰੇ ਯਾਰ, ਫਿੱਟੇ ਮੂੰਹ ਤੈਨੂੰ ਪੈਸੇ ਦੇਣ ਵਾਲੇ ਕੇਸ਼ੋ ਰਾਮ ਦੇ। ਸਾਧੂ ਚੰਗਾ ਹੋਵੇ ਜਾਂ ਮੰਦਾ, ਇਸ ਨਾਲ ਮੇਰੀ ਗਰਜ਼ ਨਹੀਂ, ਪਰ ਦਰਬਾਰ ਸਾਹਿਬ 'ਚੋਂ ਨਿਕਲਦੇ ਤੂੰ ਜੁੱਤੀਆਂ ਮਾਰਨ ਲੱਗ ਪੈਣਾ ਬਗੈਰ ਕਿਸੇ ਲੜਾਈ ਝਗੜੇ ਦੇ। ਇਹ ਬੜੀ ਗਿਰੀ ਹੋਈ ਗੱਲ ਹੈ। ਪਹਿਲਾ ਸਿੱਖ, ਜਿਸ ਦਾ ਨਾਮ ਰਾਮ ਸਿੰਘ ਸੀ, ਕੁਝ ਨਿੰਮੋ ਝੂਣ ਜਿਹਾ ਹੋ ਗਿਆ ਅਤੇ ਨੀਵੀਂ ਪਾ ਕੇ ਵਾਪਸ ਚਲਾ ਗਿਆ। ਮਹਾਤਮਾ ਅਤੇ ਦੇਵੀ ਆਪਣਾ ਪਾਠ ਕਰਦੇ ਸਦਾ ਵਾਂਗ ਆਪਣੇ ਹਾਲ ਬਾਜ਼ਾਰ ਵਾਲੇ ਮਕਾਨ 'ਚ ਆ ਗਏ। ਘਰ ਆ ਕੇ ਉਹਨਾਂ ਆਪਣਾ ਰੋਜ਼ਾਨਾ ਪ੍ਰੋਗਰਾਮ ਜਾਰੀ ਰੱਖਿਆ, ਜਿਸ ਤਰ੍ਹਾਂ ਕਿ ਕੋਈ ਗੱਲ ਹੋਈ ਨਹੀਂ ਹੁੰਦੀ। ਭੈੜੀਆਂ ਅਫਵਾਹਾਂ ਬਹੁਤ ਜਲਦੀ ਫੈਲਦੀਆਂ। ਇਸ ਗੱਲ ਦਾ ਅੰਮ੍ਰਿਤਸਰ ਦੀ ਗਲੀ 'ਚ ਚਰਚਾ ਹੋਣ ਲੱਗ ਪਿਆ।
ਦੇਵੀ ਕੋਲ ਕਈ ਜਨਾਨੀਆਂ ਆ ਕੇ ਕਈ ਕਿਸਮ ਦੀਆਂ ਗੱਲਾਂ ਕਰਦੀਆਂ। ਹਾਲ ਬਾਜ਼ਾਰ ਦੀਆਂ 4-5 ਜਨਾਨੀਆਂ ਇਕੱਠੀਆਂ ਹੋ ਕੇ ਆਈਆਂ ਤੇ ਇਉਂ ਗੱਲਾਂ ਕਰਨ ਲੱਗੀਆਂ। ਪਹਿਲੀ, ਨਹੀਂ ਦੇਵੀ, ਇਹ ਕਰਤਾਰੋ ਤੇਰੇ ਬੜੇ ਖਹਿੜੇ ਪਈ ਹੈ। ਸੱਪਾਂ ਨੂੰ ਦੁੱਧ ਪਿਆਉਣਾ ਠੀਕ ਨਹੀਂ। ਤੂੰ ਤੇ ਉਹਨੂੰ ਮਕਾਨ ਦਿੱਤਾ, ਉਹਦਾ ਮਹੀਨਾ ਬੱਧਾ, ਪਰ ਉਹ ਨਾ ਸ਼ੁਕਰੀ ਲੋਕਾਂ ਨੂੰ ਪੈਸੇ ਦੇ ਕੇ ਤੇਰੀ ਬੇਇੱਜ਼ਤੀ ਕਰਾਉਂਦੀ ਹੈ। ਦੂਜੀ ਭੈਣ, ਉਹ ਰਾਮ ਸਿੰਘ ਤੇ ਸ਼ਹਿਰ ਦਾ ਮਸ਼ਹੂਰ ਗੁੰਡਾ ਹੈ, ਬੜਾ ਨਿਧੜਕ ਹੈ। ਆਂਦੇ ਹਨ ਕੋਈ 3 ਵੇਰ ਤੇ ਜੇਲ੍ਹ ਕੱਟ ਆਇਆ ਹੈ। ਤੀਜੀ, ਉਹਦਾ ਕਸਬ ਹੀ ਇਹੋ ਹੈ, ਉਹ ਕੋਈ ਰੁਜ਼ਗਾਰ ਥੋੜ੍ਹਾ ਕਰਦਾ, ਉਹਨੂੰ ਪੈਸੇ ਦੇ ਕੇ ਭਾਵੇਂ ਖੂਨ ਕਰਾ ਲਓ। ਪਹਿਲੀ, ਇਹ ਸਭ ਕਾਰਾ ਕਰਤਾਰੋ ਨੇ ਕਰਵਾਇਆ। ਚੌਥੀ, ਨਹੀਂ ਭੈਣੇ, ਤੁਹਾਨੂੰ ਪਤਾ ਨਹੀਂ, ਇਸ ਸਾਜ਼ਿਸ਼ ਦੀ ਤਹਿ ਵਿੱਚ ਤਾਂ ਗੋਬਿੰਦ ਦਾਸ ਦਾ ਪੁੱਤਰ ਕੇਸ਼ੋ ਰਾਮ ਹੈ। ਉਹ ਤਾਂ ਕਿੰਨੇ ਵਰ੍ਹਿਆਂ ਦਾ ਦੇਵੀ ਉੱਤੇ ਮੋਹਿਤ ਫਿਰਦਾ ਹੈ। ਹੁਣ ਉਹਨੂੰ ਬਹੁਤਾ ਸਾੜਾ ਹੈ। ਸਾਡੇ ਲਾਲਾ ਜੀ ਉਸ ਕਟੜੇ 'ਚ ਮੁਨੀਮੀ ਦਾ ਕੰਮ ਕਰਦੇ ਹੈ, ਜਿੱਥੇ ਕੇਸ਼ੋ ਰਾਮ ਦੀ ਦੁਕਾਨ ਹੈ। ਉਹ ਆਖਦੇ ਨੇ ਕਿ ਜਿੱਦਣ ਦੇ ਮਹਾਤਮਾ ਜੀ ਇੱਥੇ ਆਏ ਨੇ, ਉਦਣ ਦੇ ਹੀ ਕੇਸ਼ੋ ਰਾਮ ਤੇ ਚੰਦਰਾ ਰਾਮ ਸਿੰਘ ਕੇਸ਼ੋ ਰਾਮ ਦੀ ਹੱਟੀ 'ਤੇ ਬਹਿ ਕੇ ਗੋਂਦਾਂ ਗੁੰਦਦੇ ਹਨ। ਦੇਵੀ, ਕੋਈ ਗੱਲ ਨਹੀਂ, ਪਰਮਾਤਮਾ ਉਹਨੂੰ ਸੁਮਤ ਬਖਸ਼ੇ। ਖਬਰੇ ਇਸ ਰਸਤੇ ਹੀ ਉਹਦੀ ਕਲਿਆਣ ਹੋਣੀ ਹੈ। ਗਾਲਾਂ ਤੇ ਉਹ ਕਿੰਨੇ ਦਿਨਾਂ ਦੀਆਂ ਕੱਢਦਾ, ਪਰ ਮਹਾਤਮਾ ਜੀ ਤੇ ਅੰਤਰ ਧਿਆਨ ਹੋਏ ਸੁਣ ਕੇ ਵੀ ਅਣਸੁਣੀ ਕਰਦੇ ਰਹੇ ਹੈ। ਨਾ ਹੀ ਉਹਨਾਂ ਮੇਰੇ ਨਾਲ ਕੋਈ ਕਦੀ ਗੱਲ ਕੀਤੀ ਹੈ ਤੇ ਨਾ ਹੀ ਕਦੀ ਮੈਂ ਗੱਲ ਗੌਲੀ ਹੈ। ਪਹਿਲੀ, ਇਹ ਠੀਕ ਹੈ, ਰਾਮ ਸਿੰਘ ਵੀ ਤਕੜਾ ਜਵਾਨ ਹੈ, ਪਰ ਮਹਾਤਮਾ ਜੀ ਅੱਗੇ ਕੀ ਹੈ, ਇੱਕ ਚਪੇੜ ਖਾਣ ਜੋਗਾ ਵੀ ਨਹੀਂ। ਦੂਜੀ, ਪਰ ਮਹਾਤਮਾ ਨੂੰ ਇਹ ਗੱਲ ਸ਼ੋਭਦੀ ਤਾਂ ਨਹੀਂ ਨਾ। ਤੀਜੀ, ਹੋ ਤਿਸ ਵਿਟੋਂ ਵਾਰਿਆ ਹੁੰਦਾ ਤਾਣ ਜੋ ਹੋਏ ਨਿਤਾਣਾ। ਇਹਨੇ ਨੂੰ ਸਾਹ ਹੋਈ ਮਾਇਆ ਅੰਦਰ ਆਵੜੀ। ਆਉਂਦਿਆਂ ਹੀ ਸਾਹ ਚੜਿਆ, ਕਹਿਣ ਲੱਗੀ, ਨਹੀਂ ਹੀਰੇ, ਅੱਜ ਸੁਣਿਆ, ਨਾਲੇ ਆਪ ਖਾਧੀਆਂ ਨਹੀਂ, ਨਾਲੇ ਮਹਾਤਮਾ ਨੂੰ ਖੁਆਈਆਂ ਨਹੀਂ, ਕੀ ਗੱਲ ਹੈ? ਦੇਵੀ, ਮਾਇਆ, ਕੁਝ ਅਕਲ ਕਰਿਆ ਕਰ। ਵੇਖਿਆ ਤੇ ਘਰ ਕੌਣ ਬੈਠਾ? ਬੇਬੇ ਦੇ ਸਾਹਮਣੇ ਤੈਨੂੰ ਇਹੋ ਜਿਹੇ ਵਾਕ ਸ਼ੋਭਦੇ ਨਹੀਂ, ਬੈਠ ਪਰੇ ਚੁੱਪ ਕਰਕੇ। ਮਾਇਆ, ਗੁਰੂ ਦੀ ਸਹੁੰ, ਜੇ ਮੈਂ ਨਾਲ ਹੁੰਦੀ ਤੇ ਉਹਦੀ ਦਾੜੀ ਪੁੱਟ ਛੱਡਦੀ। ਤੁਸੀਂ ਹੈ ਕੀ ਹੋ ਮਿਣ ਕਰਨ ਵਾਲੇ? ਪਹਿਲੇ, ਮਾਇਆ ਕਹਿੰਦੀ ਤੇ ਸੱਚ ਹੈ, ਮੂਰਖ ਗੰਢ ਪਵੇ ਮੋਹ ਮਾਰ। ਰਾਮੂ ਸਿੱਧਾ ਤਾਂ ਹੀ ਹੋਊ ਜੇ ਉਹਦਾ ਬੁਥਾੜ ਸੇਕਿਆ ਜਾਏ। ਦੂਜੀ, ਨਹੀਂ ਬੇਬੇ ਜੀ, ਤੁਸੀਂ ਤਾਂ ਗਿਆਨਵਾਨ ਹੋ, ਤੁਸੀਂ ਵੀ ਕ੍ਰੋਧ 'ਚ ਆ ਗਏ ਹੋ। ਸਾਧਾਂ ਲਈ ਤਾਂ ਹਿੰਸਾ ਪਰਮ ਧਰਮ ਹੈ। ਮਾਇਆ, ਛੱਡੋ ਗੜੇ ਗਿਆਨ, ਸਾਰੀਆਂ ਸੰਤਣੀਆਂ ਹੀ ਬਣ ਬੈਠੀਆਂ ਨੇ। ਅਸੀਂ ਤੇ ਇੱਕ ਗੱਲ ਜਾਣਦੇ ਹਾਂ, ਜਿਹੜਾ ਇੱਕ ਵਿਖਾਏ ਉਹਨੂੰ 2 ਵਿਖਾਓ। ਮੈਂ ਤੇ ਜਿਸ ਵੇਲੇ ਦੀ ਗੱਲ ਸੁਣੀ ਹੈ, ਮੈਨੂੰ ਤੇ ਅੱਗ ਲੱਗੀ ਹੋਈ ਹੈ। ਮੈਂ ਤਾਂ ਉਹਦੇ ਘਰ ਜਾ ਕੇ ਪਿੱਟ ਵੀ ਆਈ ਹਾਂ। ਉਹਦੀ ਜਨਾਨੀ ਮੇਰੇ ਪੈਰੀਂ ਹੱਥ ਲਾਏ ਤੇ ਮੇਰੀਆਂ ਮਿੰਨਤਾਂ ਕਰੇ। ਉਹ ਅੰਦਰ ਬੈਠਾ ਸੁਣਦਾ ਹੋਏਗਾ, ਬਾਹਰ ਨਿਕਲਦਾ ਤੇ ਮੈਂ ਤੇ ਉਹਦੇ ਮੂੰਹ 'ਤੇ ਜੁੱਤੀ ਮਾਰਨੀ ਸੀ। ਦੇਵੀ, ਛੱਡੋ ਇਹ ਗੱਲਾਂ, ਸਾਨੂੰ ਕੀ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਾਧੂ ਬਿਰਤੀ ਤਾਂ ਇਹ ਹੈ ਕਿ ਵੈਰੀ ਤੋਂ ਵੈਰੀ ਲਈ ਵੀ ਮਨ 'ਚ ਗੁੱਸੇ ਜਾਂ ਨਫ਼ਰਤ ਦਾ ਖਿਆਲ ਨਾ ਉਪਜੇ ਵੀ ਕਿਉਂ? ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਰਾਮੂ ਕੌਣ ਤੇ ਕੇਸ਼ੋ ਰਾਮ ਕੌਣ? ਇਹ ਤਾਂ ਜੋ ਕੁਝ ਹੋ ਰਿਹਾ ਹੈ ਉਹਦੀ ਰਜ਼ਾ 'ਚ ਹੋ ਰਿਹਾ ਹੈ। ਇਹ ਉਹਦੀ ਲੀਲਾ ਹੈ ਤੇ ਇਹਦਾ ਸਿੱਟਾ ਅਵੱਸ਼ ਹੀ ਚੰਗਾ ਨਿਕਲੇਗਾ। ਇਸ ਪਿੱਛੋਂ ਬਾਕੀ ਜਨਾਨੀਆਂ ਤੇ ਸਾਰੀਆਂ ਚਲੀਆਂ ਗਈਆਂ, ਪਰ ਮਾਇਆ ਬੈਠੀ ਰਹੀ, ਆਪਣੀ ਸਹੇਲੀ ਨਾਲ ਹੱਸਦੀ ਖੇਡਦੀ ਰਹੀ। ਮਾਇਆ, ਭਾਵੇਂ ਕੋਈ ਨਿਉਂਦਾ ਭੇਜੇ ਜਾਂ ਨਾ, ਕਦੀ ਨਾ ਕਦੀ ਤੇ ਅਸਾਂ ਵੀ ਆਉਣਾ ਹੀ ਹੋਇਆ ਨਾ। ਨਹੀਂ ਰਾਧੇ, ਇੱਧਰ ਆ, आज रोटी हम भी खाएंगे, हम साधु हैं, कड़ा पूरी खाते हैं और सीत प्रसाद संगत को देते हैं। देवी, चल छੱਡ, जो ਬਣਿਆ ਖਾ ਲਵੀਂ, ਹੁਣ ਕੜਾਹ ਪੂਰੀਆਂ ਇਸ ਲਈ ਬਣਨ ਲੱਗੀਆਂ। ਮਾਇਆ, ਚੁੱਪ ਕਰ, ਮੈਂ ਕੋਈ ਭੁੱਖੇ ਘਰਾਂ ਦੀ ਜੰਮੀ ਹੋਈ ਨਹੀਂ, ਮੂੰਗੀ ਦੀ ਦਾਲ ਤੇ ਮੈਂ ਖਾਣੋਂ ਰਹੀ। ਇਹੋ ਜਿਹੀਆਂ ਗੱਲਾਂ ਬਾਤਾਂ ਕਰਦਿਆਂ ਰੋਟੀ ਦਾ ਵੇਲਾ ਹੋ ਗਿਆ। ਮਹਾਤਮਾ ਜੀ ਵੀ ਹੇਠਾਂ ਆ ਗਏ ਤੇ ਸਾਰਿਆਂ ਨੇ ਮਿਲ ਕੇ ਪ੍ਰਸ਼ਾਦ ਛਕਿਆ। ਧੰਨਵਾਦ।